ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ਼੍ਰੀ ਸੁਖਮਨੀ ਸਾਹਿਬ ਦੀ 5ਵੀਂ ਅਸ਼ਟਪਦੀ ਦੀ 5ਵੀਂ ਪੌੜੀ ਤੋਂ ਵਿਆਖਿਆ ਸਰਵਣ ਕਰੋ। ਮਹਾਰਾਜ ਫਰਮਾਉਂਦੇ ਹਨ, ਮਿਥਿਆ ਸ਼ਰਵਨ ਪਰ ਨਿੰਦਾ ਸੁਨਹਿ। ਮਹਾਰਾਜ ਕਹਿਣ ਲੱਗੇ, ਜਿਹੜੇ ਕੰਨ ਮਹਾਰਾਜ ਦੀ ਬਾਣੀ ਨੂੰ ਛੱਡ ਕੇ ਪਰਾਈ ਨਿੰਦਿਆ ਸਰਵਣ ਕਰਦੇ ਆ, ਉਹ ਨਾਸ ਹੋਣ ਵਾਲੇ ਮਿਥਿਆ ਹਨ, ਉਹ ਵਿਅਰਥ ਹਨ। ਕਿਉਂਕਿ ਮਹਾਰਾਜ ਦੀ ਬਾਣੀ ਇਹ ਬਚਨ ਕਹਿੰਦੀ ਹੈ, ਇਹ ਸ਼ਰਵਣਹੁ ਮੇਰੇ ਹੋ ਸਾਚੈ ਸੁਨਣੈ ਨੋ ਪਠਾਏ। ਸਾਚੈ ਸੁਨਣੈ ਨੋ ਪਠਾਏ, ਸਰੀਰ ਲਾਏ ਸੁਣਹੁ ਸਤ ਬਾਣੀ। ਮਹਾਰਾਜ ਕਹਿਣ ਲੱਗੇ, ਇਹ ਕੰਨੋ ਤੁਹਾਨੂੰ ਸਰੀਰ ਦੇ ਨਾਲ ਲਾ ਕੇ ਇਸ ਵਾਸਤੇ ਭੇਜਿਆ ਕਿ ਤੁਸੀਂ ਨਿੰਦਿਆ ਨਹੀਂ, ਮਹਾਰਾਜ ਦੀ ਬਾਣੀ ਸੁਣੋ। ਪਰ ਤੁਸੀਂ ਬਾਣੀ ਛੱਡ ਕੇ ਤਾਂ ਨਿੰਦਿਆ ਸੁਣਨੀ ਸ਼ੁਰੂ ਕਰ ਦਿੱਤੀ, ਵਕਾਰਾਂ ਦੀਆਂ ਗੱਲਾਂ ਸੁਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਰਕੇ ਸਤਿਗੁਰੂ ਕਹਿੰਦੇ ਹਨ, ਮਿਥਿਆ ਸ਼ਰਵਨ ਪਰ ਨਿੰਦਾ ਸੁਨਹਿ। ਉਹ ਕੰਨ ਮਿਥਿਆ ਹਨ, ਨਾਸ ਹੋ ਜਾਣ ਵਾਲੇ ਆ, ਵਿਅਰਥ ਹਨ, ਜਿਹੜੇ ਮਹਾਰਾਜ ਦੀ ਬਾਣੀ ਨੂੰ ਛੱਡ ਕੇ ਪਰਾਈ ਨਿੰਦਿਆ ਸੁਣਨ ਲੱਗ ਪਏ ਆ। ਮਿਥਿਆ ਹਸਤ ਪਰ ਦਰਬ ਕਉ ਰਹਿ। ਫਿਰ ਉਹ ਹੱਥ ਵੀ ਵਿਅਰਥ ਹਨ, ਮਿਥਿਆ ਹਨ, ਨਾਸ ਹੋ ਜਾਣ ਵਾਲੇ ਆ, ਜਿਹੜੇ ਮਹਾਰਾਜ ਦੀ ਸੇਵਾ ਛੱਡ ਕੇ ਪਰ ਦਰਬ ਕਉ ਰਹਿ। ਦਰਬ ਦਾ ਮਤਲਬ ਹੁੰਦਾ ਪੈਸਾ, ਧਨ। ਜਿਹੜੇ ਮਹਾਰਾਜ ਦੀ ਸੇਵਾ ਨੂੰ ਛੱਡ ਕੇ ਪਰਾਇਆ ਧਨ ਚੁਰਾਉਂਦੇ ਆ, ਉਹ ਹੱਥ ਵੀ ਮਿਥਿਆ ਨੇ, ਨਾਸ ਹੋਣ ਵਾਲੇ ਆ, ਜਿਹੜੇ ਪਰਾਏ ਧਨ ਦੀ ਚੋਰੀ ਕਰ ਲੈਂਦੇ ਆ। ਮਹਾਰਾਜ ਕਹਿੰਦੇ, ਮਿਥਿਆ ਨੇਤਰ ਪੇਖਤ ਪਰ ਤ੍ਰੇ ਰੂਪਾਦ। ਉਹ ਅੱਖਾਂ ਵੀ ਮਿਥਿਆ ਹਨ, ਨਾਸ ਹੋ ਜਾਣ ਵਾਲੀਆਂ ਨੇ, ਵਿਅਰਥ ਨੇ, ਜਿਹੜੀਆਂ ਮਹਾਰਾਜ ਦੇ ਦਰਸ਼ਨਾਂ ਨੂੰ ਛੱਡ ਕੇ ਪਰਾਈ ਔਰਤ ਦਾ ਸਰੂਪ ਦੇਖਦੀਆਂ ਹਨ, ਪਰਾਈ ਔਰਤ ਦਾ ਨੰਗੇਜ ਦੇਖਦੀਆਂ ਹਨ। ਉਹ ਅੱਖਾਂ ਵੀ ਮਹਾਰਾਜ ਕਹਿਣ ਲੱਗੇ ਵਿਅਰਥ ਹਨ, ਕਿਸੇ ਕੰਮ ਦੀਆਂ ਨਹੀਂ ਹੈ। ਕਿਉਂਕਿ ਸਤਿਗੁਰੂ ਜੀ ਦੀ ਬਾਣੀ ਬਚਨ ਕਰਦੀ ਹੈ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ। ਨੇਤਰਾਂ ਦੇ ਨਾਲ, ਕੰਨਾਂ ਦੇ ਨਾਲ, ਮਾਫ ਕਰਨਾ, ਨੇਤਰਾਂ ਅੱਖਾਂ ਦੇ ਨਾਲ ਸਤਿਗੁਰੂ ਦਾ ਸਰੂਪ ਦੇਖਣਾ। ਸਾਰਿਆਂ ਦੇ ਅੰਦਰ ਇੱਕ ਹੋਰ ਬਚਨ ਪੜ੍ਹਦੇ ਹੋ ਨਾ ਤੁਸੀਂ, ਗੁਰੂ ਅਮਰਦਾਸ ਮਹਾਰਾਜ ਜੀ ਦਾ, ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਤੁਹਾਡੇ ਅੰਦਰ ਜੇ ਪਰਮਾਤਮਾ ਨੇ ਦੇਖਣ ਦੀ ਸ਼ਕਤੀ ਪਾਈ ਆ, ਉਹ ਸਾਰਿਆਂ ਦੇ ਅੰਦਰ ਰੱਬ ਦੇਖਿਆ ਕਰੋ, ਮਾੜੀ ਨਿਗਾਹ ਨਾਲ ਨਾ ਕਿਸੇ ਵੱਲ ਤੱਕਿਆ ਕਰੋ। ਇਸ ਕਰਕੇ ਸਤਿਗੁਰੂ ਕਹਿੰਦੇ, ਮਿਥਿਆ ਨੇਤਰ ਪੇਖਤ ਪਰ ਤ੍ਰੇ ਰੂਪਾਦ। ਉਹ ਅੱਖਾਂ ਵੀ ਵਿਅਰਥ ਹਨ, ਮਿਥਿਆ ਹਨ, ਜਿਹੜੀਆਂ ਪਰਾਈ ਔਰਤ ਦਾ ਰੰਗ ਰੂਪ ਦੇਖਦੀਆਂ ਨੇ, ਮਾੜੀ ਨਿਗਾਹ ਦੇ ਨਾਲ, ਭੈੜੀ ਵਾਸ਼ਨਾ ਦੇ ਨਾਲ। ਮਿਥਿਆ ਰਸਨਾ ਭੋਜਨ ਅਨੁਸਵਾਦ। ਮਹਾਰਾਜ ਕਹਿਣ ਲੱਗੇ, ਉਹ ਰਸਨਾ, ਉਹ ਜ਼ਬਾਨ ਵੀ ਮਿਥਿਆਈ ਹੈ, ਵਿਅਰਥ ਹੈ, ਜਿਹੜੀ ਵਾਹਿਗੁਰੂ ਦੇ ਨਾਮ ਦਾ ਰਸ ਛੱਡ ਕੇ ਹੋਰ ਹੀ, ਮਹਾਰਾਜ ਕਹਿੰਦੇ, ਵਧੀਆ ਤੋਂ ਵਧੀਆ ਪਕਵਾਨ ਖਾਣ ਦੇ, ਹੋਰ ਹੀ ਸਵਾਦਾਂ ਦੇ ਰਸ ਨੂੰ ਲੈਣ ਦੇ ਵਿੱਚ ਲੱਗੀ ਹੋਈ ਆ ਨਾ। ਮਹਾਰਾਜ ਕਹਿਣ ਲੱਗੇ, ਉਹ ਵੀ ਮਿਥਿਆਈ ਹੈ। ਇਸ ਰਸਨਾ ਦੇ ਨਾਲ ਮਹਾਰਾਜ ਦੇ ਨਾਮ ਦਾ ਰਸ ਲੈਣਾ ਹੈ। ਮਿਥਿਆ ਚਰਨ ਪਰ ਬਿਕਾਰ ਕੋ ਤਾਵੈ। ਮਹਾਰਾਜ ਕਹਿਣ ਲੱਗੇ, ਉਹ ਪੈਰ ਵੀ ਮਿਥਿਆ ਨੇ, ਨਾਸਵੰਤ ਨੇ, ਵਿਅਰਥ ਹਨ, ਜਿਹੜੇ ਮਹਾਰਾਜ ਕਹਿਣ ਲੱਗੇ ਪਰ ਬਿਕਾਰ ਕੋ ਤਾਵ ਹੈ। ਪਰਾਏ ਘਰਾਂ ਦੇ ਵਿੱਚ ਵਕਾਰਾਂ ਨੂੰ ਭੋਗਣ ਵਾਸਤੇ ਧਾਵ ਹੈ, ਦੌੜਦੇ ਨੇ, ਜਿਹੜੇ ਪਰਾਏ ਘਰਾਂ ਵੱਲ ਨੂੰ ਦੌੜਦੇ ਨੇ ਨਾ, ਵਕਾਰਾਂ ਨੂੰ ਭੋਗਣ ਵਾਸਤੇ, ਉਹ ਪੈਰ ਵੀ ਮਿਥਿਆ ਨੇ। ਨਹੀਂ ਤਾਂ ਮਹਾਰਾਜ ਕਹਿੰਦੇ, ਚਰਨ ਚਲੋ ਮਾਰਗ ਗੋਬਿੰਦ। ਪੈਰਾਂ ਦੇ ਨਾਲ ਚੱਲਣਾ ਹੈ ਤੇ ਸਾਧ ਸੰਗਤ ਵੱਲ ਚੱਲ ਕੇ ਜਾਓ। ਅੱਗੇ ਮਹਾਰਾਜ ਬਚਨ ਕਰਦੇ ਹਨ, ਮਿਥਿਆ ਮਨ ਪਰ ਲੋਭ ਲੁਭਾਵੈ। ਮਹਾਰਾਜ ਕਹਿੰਦੇ, ਉਹ ਮਨ ਵੀ ਮਿਥਿਆਈ ਹੈ, ਜਿਹੜਾ ਪਰਾਏ ਪਦਾਰਥਾਂ ਦੇ ਲੋਭ ਦੇ ਵਿੱਚ ਲੁਭਾਏਮਾਨ ਹੋਇਆ ਫਿਰਦਾ, ਜਿਹੜੇ ਲੋਕਾਂ ਦੇ ਪਦਾਰਥਾਂ ਨੂੰ ਦੇਖ ਦੇਖ ਕੇ ਲੁਭਾਏਮਾਨ ਹੋਈ ਜਾਂਦਾ ਵੀ ਆ ਮੈਨੂੰ ਮਿਲਣਾ ਚਾਹੀਦਾ ਸੀ, ਉਦਾਂ ਹੀ ਝਾਕ ਜੀ ਰੱਖੀ ਜਾਂਦਾ। ਉਹ ਮਨ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮਿਥਿਆ। ਮਿਥਿਆ ਤਨ ਨਹੀਂ ਪਰ ਉਪਕਾਰਾ। ਕਹਿਣ ਲੱਗੇ, ਉਹ ਤਨ ਸਰੀਰ ਵੀ ਮਿਥਿਆ ਹੈ, ਜਿਹੜਾ ਪਰਾਏ ਦੇ ਉੱਤੇ ਉਪਕਾਰ ਨਹੀਂ ਕਰ ਸਕਦਾ। ਉਹ ਸਰੀਰ ਨਾਸਵੰਤ ਵਿਅਰਥ ਹੈ, ਜਿਹੜਾ ਕਿਸੇ ਤੇ ਉਪਕਾਰ ਨਹੀਂ ਕਰਦਾ। ਇਸ ਕਰਕੇ ਮਹਾਰਾਜ ਕਹਿਣ ਲੱਗੇ ਨੇ, ਸਰੀਰ ਦੇ ਨਾਲ ਹਮੇਸ਼ਾ ਇਹ ਯਤਨ ਕਰਦੇ ਰਹੋ ਕਿ ਪਰਉਪਕਾਰ ਕਰੋ। ਕਿਸੇ ਨਾ ਕਿਸੇ ਗਰੀਬ ਦੀ ਸਹਾਇਤਾ ਕਰਤੀ, ਕਿਸੇ ਦੇ ਉੱਤੇ ਉਪਕਾਰ ਕਰ ਦਿੱਤਾ, ਇਹ ਕੰਮ ਹੈ ਸਰੀਰ ਦਾ। ਜੇ ਉਹ ਨਹੀਂ ਕਰਦੇ ਤਾਂ ਫਿਰ ਸਰੀਰ ਵੀ ਕਿਸੇ ਕੰਮ ਦਾ ਨਹੀਂ। ਮਹਾਰਾਜ ਕਹਿਣ ਲੱਗੇ ਮਿਥਿਆਈ ਹੈ।
ਅੱਗੇ ਕਹਿੰਦੇ ਮਿਥਿਆ ਬਾਸ ਲੇਤ ਬਿਕਾਰਾ। ਮਹਾਰਾਜ ਕਹਿਣ ਲੱਗੇ ਉਹ ਨੱਕ ਵੀ ਮਹਾਰਾਜ ਕਹਿਣ ਲੱਗੇ ਵਿਅਰਥੀ ਹੈ, ਜਿਹੜਾ ਹੋਰ ਹੀ ਮਹਾਰਾਜ ਕਹਿੰਦੇ ਵਿਸ਼ਿਆਂ ਦੀ ਵਾਸ਼ਨਾ ਲੈਂਦਾ ਫਿਰਦਾ। ਬਾਸ ਲੇਤ ਮਿਥਿਆ ਬਾਸ, ਮਹਾਰਾਜ ਕਹਿਣ ਲੱਗੇ ਨੱਕ ਵੀ ਵਿਅਰਥ ਹੈ, ਜਿਹੜਾ ਹੋਰ ਵਾਸ਼ਨਾ ਨੂੰ ਲੈਂਦਾ। ਮਹਾਰਾਜ ਕਹਿਣ ਲੱਗੇ ਮਹਾਰਾਜ ਦੇ ਚਰਨਾਂ ਦੀ ਧੂੜੀ ਦੀ ਸੁਗੰਧੀ ਨੂੰ ਛੱਡ ਕੇ ਜਿਹੜਾ ਹੋਰ ਹੀ ਚੰਗੇ ਤੋਂ ਚੰਗੇ ਅਤਰ ਫਲੇਲ ਆਦਿਕ ਉਹਨਾਂ ਚੀਜ਼ਾਂ ਦੀਆਂ ਖੁਸ਼ਬੂਆਂ ਲੈਂਦਾ ਫਿਰਦਾ। ਮਹਾਰਾਜ ਕਹਿਣ ਲੱਗੇ ਉਹ ਵੀ ਵਿਅਰਥੀ ਹੈ, ਮਿਥਿਆਈ ਹੈ। ਮਹਾਰਾਜ ਕਹਿਣ ਲੱਗੇ ਬਿਨ ਬੂਝੇ ਮਿਥਿਆ ਸਭ ਪਏ। ਬਿਨਾਂ ਸਮਝ ਤੋਂ ਇਹ ਸਾਰੇ ਜਿਹੜੇ ਇੰਦਰੇ ਹਨ, ਇਹ ਜਿਹੜੀਆਂ ਸਾਡੀਆਂ ਇੰਦਰੀਆਂ ਨੇ, ਮਹਾਰਾਜ ਕਹਿਣ ਲੱਗੇ ਵਿਅਰਥੀ ਨੇ, ਮਿਥਿਆ ਨੇ, ਕਿਸੇ ਕੰਮ ਦੀਆਂ ਨਹੀਂ ਹੈਗੀਆਂ। ਮਤਲਬ ਸਮਝਣਾ ਤਾਂ ਇਹ ਸੀ ਨਾ ਵੀ ਕੰਨਾਂ ਦੇ ਨਾਲ ਮਹਾਰਾਜ ਦੀ ਬਾਣੀ ਸੁਣਨੀ ਸੀ, ਇਹ ਨਿੰਦਿਆ ਸੁਣਦਾ। ਹੱਥਾਂ ਦੇ ਨਾਲ ਸੇਵਾ ਕਰਨੀ ਸੀ, ਇਹ ਪਰਾਇਆ ਧਨ ਚਰਾਉਂਦਾ। ਨੇਤਰਾਂ ਦੇ ਨਾਲ ਵਾਹਿਗੁਰੂ ਦਾ ਸਰੂਪ ਸਾਰਿਆਂ 'ਚ ਦੇਖਣਾ ਸੀ, ਇਹ ਮਾੜੀ ਨਿਗਾਹ ਦੇ ਨਾਲ ਪਰਾਈਆਂ ਔਰਤਾਂ ਵੱਲ ਤੱਕਣ ਲੱਗ ਪਿਆ। ਰਸਨਾ ਨੇ ਮਹਾਰਾਜ ਦੇ ਨਾਮ ਦਾ ਰਸ ਲੈਣਾ ਸੀ, ਹੋਰ ਹੀ ਰਸਨ ਸਵਾਦਾਂ ਜੇ ਵਿੱਚ ਫਸੀ ਖੜੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬਿਨ ਬੂਝੇ ਮਿਥਿਆ ਸਭ ਪਏ। ਬਿਨਾਂ ਸਮਝ ਤੋਂ, ਬਿਨਾਂ ਸੋਝੀ ਤੋਂ ਆ ਜਿੰਨੇ ਵੀ ਸਾਰੇ ਇੰਦਰੇ ਨੇ ਨਾ ਸਾਡੇ, ਆ ਸਾਡੀਆਂ ਸੈਂਸਿਸ ਨੇ, ਇਹ ਸਭ ਮਹਾਰਾਜ ਕਹਿੰਦੇ ਵਿਅਰਥ ਨੇ, ਮਿਥਿਆ ਹਨ। ਸਫਲ ਦੇਹ ਨਾਨਕ ਹਰ ਹਰ ਨਾਮ ਲੈ। ਉਹ ਦੇਹ ਸਫਲ ਹੈ ਜਿਹੜੀ ਹਰੀ ਦੇ ਨਾਮ ਨੂੰ ਲੈਂਦੀ ਹੈ, ਜਿਹੜੀ ਹਰੀ ਹਰੀ ਕਰਦੀ ਹੈ। ਉਹੀ ਸਰੀਰ ਸਫਲ ਹੈ ਜਿਸ ਸਰੀਰ ਦੇ ਨਾਲ ਵਾਹਿਗੁਰੂ ਦਾ ਨਾਮ ਜਪੀਦਾ। ਅਗਲੀ ਪੌੜੀ 'ਚ ਸਤਿਗੁਰੂ ਕਹਿੰਦੇ ਹਨ ਬਿਰਥੀ ਸਾਕਤ ਕੀ ਆਰਜਾ। ਜਿਹੜਾ ਸਾਕਤ ਹੈ ਨਾ, ਸ਼ਕਤੀ ਦਾ ਪੁਜਾਰੀ, ਮਾਇਆ ਦਾ, ਸਿਰਫ ਮਾਇਆ ਦੀ ਇੱਛਾ ਰੱਖਣ ਵਾਲਾ, ਜਿਹੜਾ ਰੱਬ ਤੋਂ ਟੁੱਟਿਆ ਹੋਇਆ ਬੰਦਾ, ਉਹਦੀ ਸਾਰੀ ਉਮਰ ਵਿਅਰਥੀ ਚਲੀ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਉਹ ਨਾਮ ਨਹੀਂ ਜਪਦਾ, ਭਜਨ ਨਹੀਂ ਕਰਦਾ। ਇਸ ਕਰਕੇ ਆਰਜਾ ਕਹਿੰਦੇ ਨੇ ਉਮਰ ਨੂੰ, ਉਹਦੀ ਉਮਰ ਵਿਅਰਥ ਹੈ, ਉਹ ਕਿਸੇ ਲੇਖੇ ਨਹੀਂ ਲੱਗਦੀ। ਸਾਚ ਬਿਨਾ ਕਹਿ ਹੋਵਤ ਸੂਚਾ। ਕਹਿੰਦੇ ਮਹਾਰਾਜ ਦੇ ਸੱਚੇ ਨਾਮ ਤੋਂ ਬਿਨਾ ਬੰਦਾ ਕਿੱਦਾਂ ਸੁੱਚਾ ਹੋ ਸਕਦਾ। ਆਪਾਂ ਪੜ੍ਹਦੇ ਆ ਨਾ, ਸੋਚਿਆ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਤੁਸੀਂ ਦਿਨ 'ਚ ਭਾਵਾਂ ਲੱਖ ਵਾਰੀ ਨਹਾ ਲਓ, ਮੂੰਹ ਹੱਥ ਧੋ ਲਓ, ਪੈਰ ਧੋ ਲਓ, ਸਰੀਰ ਨੂੰ ਧੋ ਲਓ, ਇਦਾਂ ਥੋੜੀ ਸੁੱਚਾ ਹੁੰਦਾ ਬੰਦਾ। ਸੱਚੇ ਨਾਮ ਤੋਂ ਬਿਨਾ ਪਵਿੱਤਰ ਹੋ ਹੀ ਨਹੀਂ ਸਕਦਾ। ਮਹਾਰਾਜ ਕਹਿਣ ਲੱਗੇ ਬਿਰਥਾ ਨਾਮ ਬਿਨਾ ਤਨ ਅੰਧ। ਅਗਿਆਨੀ ਅੰਧੇ ਦਾ ਜਿਹੜਾ ਸਰੀਰ ਹੈ, ਨਾਮ ਲਏ ਤੋਂ ਬਿਨਾ ਉਹ ਸਾਰਾ ਪੂਰਾ ਦਾ ਪੂਰਾ ਵਿਅਰਥੀ ਹੈ। ਮਹਾਰਾਜ ਕਹਿੰਦੇ ਬਿਰਥਾ ਨਾਮ ਬਿਨਾ ਤਨ ਅੰਧ। ਤਨ ਸਰੀਰ, ਅੰਧੇ ਅਗਿਆਨੀ ਦਾ ਸਰੀਰ ਨਾਮ ਤੋਂ ਬਿਨਾ ਸਭ ਵਿਅਰਥ ਹੈ, ਕਿਸੇ ਕੰਮ ਦਾ ਨਹੀਂ। ਮੁਖ ਆਵਤ ਤਾਕੈ ਦੁਰਗੰਧ। ਕਿਉਂਕਿ ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਸਾਨੂੰ ਤਾਂ ਉਹਦੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ। ਹੁਣ ਬੰਦਾ ਆਪਣੇ ਮੂੰਹ ਦੇ ਵਿੱਚ ਬਥੇਰੇ ਮਾਊਥ ਫਰੈਸ਼ਰ ਖਾਂਦਾ, ਬੜਾ ਕੁਝ ਕਰਦਾ, ਆਪਣੇ ਵੀ ਮੇਰੇ ਮੂੰਹ ਦੇ ਵਿੱਚੋਂ ਖੁਸ਼ਬੂ ਆਵੇ, ਬਾਸ਼ਨਾ ਨਾ ਆਵੇ, ਦੁਰਗੰਧ ਨਾ ਆਵੇ। ਪਰ ਮਹਾਰਾਜ ਕਹਿਣ ਲੱਗੇ ਜਿਹੜਾ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦਾ ਆਪਣੀ ਰਸਨਾ ਦੇ ਨਾਲ, ਮੂੰਹ ਦੇ ਨਾਲ, ਸਾਨੂੰ ਤਾਂ ਉਹਦੇ ਮੂੰਹ ਦੇ ਵਿੱਚੋਂ ਦੁਰਗੰਧ ਹੀ ਆਉਂਦੀ ਹੈ। ਕਿਉਂਕਿ ਮਹਾਰਾਜ ਦਾ ਬਚਨ ਹੈ ਨਾ, ਪਰ ਨਿੰਦਾ ਪਰ ਮਲ ਮੁਖ ਸੁਧੀ। ਜਿਹੜੀ ਕਿਸੇ ਦੀ ਨਿੰਦਿਆ ਕਰਨੀ ਹੈ ਨਾ, ਉਹ ਤਾਂ ਨਿਰੀ ਮੈਲ ਖਾਣੀ ਹੈ, ਵਿਸ਼ਟਾ ਗੰਦਗੀ ਖਾਣ ਹੈ, ਤੇ ਗੰਦਗੀ ਚੋਂ ਮੁਸ਼ਕ ਆਉਂਦੀ ਹੈ। ਜਿਹੜੇ ਮਹਾਰਾਜ ਦੇ ਨਾਮ ਨੂੰ ਛੱਡ ਕੇ ਆਪਣੇ ਮੂੰਹ ਦੇ ਨਾਲ ਨਿੰਦਿਆ ਰੂਪੀ ਵਿਸ਼ਟਾ ਖਾਂਦੇ ਆ, ਗੰਦਗੀ ਖਾਂਦੇ, ਫਿਰ ਉਹਨਾਂ ਦੇ ਮੂੰਹ ਚੋਂ ਤਾਂ ਮਹਾਰਾਜ ਕਹਿੰਦੇ ਸਾਨੂੰ ਦੁਰਗੰਧੀ ਆਉਂਦੀ ਹੈ, ਉਹਨਾਂ ਦੇ ਮੂੰਹ ਦੇ ਵਿੱਚ ਤਾਂ ਗੰਧ ਆਉਂਦੀ ਹੈ। ਸਤਿਗੁਰੂ ਕਹਿਣ ਲੱਗੇ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ। ਕਹਿੰਦੇ ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਬੰਦੇ ਦਾ ਦਿਨ ਤੇ ਰਾਤ ਸਭ ਬਿਰਥਾ ਹੀ ਬਤੀਤ ਹੁੰਦਾ ਜਾਂਦਾ, ਵਿਅਰਥ ਚੱਲਿਆ ਜਾ ਰਿਹਾ। ਦੇਖ ਲਓ ਮਹਾਰਾਜ ਦੇ ਤਾਂ ਬਚਨ ਸੀ ਨਾ ਵੀ ਭਾਈ ਪਰਮਾਤਮਾ ਦਾ ਨਾਮ ਜਪਣਾ ਹੈ, ਰਾਤ ਹੋਵੇ ਦਿਨ ਹੋਵੇ ਪਰਮਾਤਮਾ ਦੀ ਭਗਤੀ ਕਰਨੀ ਹੈ। ਉਠਤ ਬੈਠਤ ਸੋਵਤ ਨਾਮ, ਸੁੱਤਿਆਂ ਜਾਗਦਿਆਂ, ਦਿਨ ਰਾਤ ਜਦੋਂ ਵੀ ਸਮਾਂ ਪਰਮਾਤਮਾ ਦੀ ਭਗਤੀ ਕਰਨੀ ਹੈ। ਪਰ ਸਾਖਤ ਬੰਦੇ ਦੀ ਤਾਂ ਦਿਨ ਰਾਤ ਮਹਾਰਾਜ ਦੇ ਸਿਮਰਨ ਤੋਂ ਬਿਨਾਂ ਵਿਅਰਥੀ ਗੁਜ਼ਰੀ ਜਾ ਰਹੀ ਹੈ। ਮਹਾਰਾਜ ਕਹਿੰਦੇ ਦਿਨ ਵੀ ਵਿਅਰਥ ਲੰਘ ਗਿਆ। ਉਹ ਕਹਿੰਦੇ ਰਾਤ ਜੇ ਸੋਵਹਿ ਦਿਨ ਕਰਹਿ ਕਾਮ। ਰਾਤ ਸੌਂ ਕੇ ਲੰਘਾਤੀ, ਦਿਨ ਕੰਮਾਂ ਕਾਰਾਂ ਨੂੰ ਕਰਦਿਆਂ ਲੰਘਾਤਾ। ਏਦਾਂ ਦਿਨ ਰਾਤ ਇਹਦਾ ਵਿਅਰਥ ਜਾਈ ਜਾ ਰਿਹਾ, ਗੁਜ਼ਰੀ ਜਾ ਰਿਹਾ। ਮੇਘ ਬਿਨਾਂ ਜਿਉਂ ਖੇਤੀ ਜਾਏ। ਕਿਵੇਂ? ਜਿਵੇਂ ਮੇਘ ਪਾਣੀ ਤੋਂ ਬਿਨਾਂ, ਬੱਦਲ ਤੋਂ ਬਿਨਾਂ ਖੇਤੀ ਵਿਅਰਥ ਚਲੀ ਜਾਂਦੀ ਹੈ, ਕੁਮਲਾ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣਗੇ ਸਿਮਰਨ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਹੈ ਜਿਹੜੀ, ਦਿਨ ਤੇ ਰਾਤ ਨੇ ਨਾ ਜਿਹੜੇ, ਇਹ ਵਿਅਰਥ ਗੁਜ਼ਰ ਰਹੇ ਹੈ।
ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਪਰਮਾਤਮਾ ਦੇ ਭਜਨ ਤੋਂ ਬਿਨਾ ਜਿੰਨੇ ਬੰਦਾ ਕੰਮ ਕਰ ਰਿਹਾ ਸਭ ਵਿਅਰਥ ਨੇ, ਕਿਸੇ ਕੰਮ ਨਹੀਂ ਆਉਣ ਵਾਲੇ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੋਬਿੰਦ ਦੇ ਭਜਨ ਤੋਂ ਬਿਨਾ ਸਾਰੇ ਕੰਮ ਇਸ ਦੇ ਵਿਅਰਥ ਨੇ। ਜਿਉ ਕਿਰਪਨ ਕੇ ਨਿਰਾਰਥ ਦਾਨ। ਜਿਉ ਕਿਰਪਨ, ਜਿਹੜਾ ਕਿਰਪਨ ਸੂਮ ਨੂੰ ਕਹਿੰਦੇ, ਜਿਹੜਾ ਪੈਸਾ ਖਰਚ ਕੇ ਨਹੀਂ ਰਾਜੀ ਕਿਤੇ। ਕਹਿੰਦੇ ਜਿਵੇਂ ਇੱਕ ਕਿਰਪਨ ਆਦਮੀ ਹੁੰਦਾ ਨਾ, ਕੰਜੂਸ ਆਦਮੀ ਹੁੰਦਾ, ਉਹਦੇ ਘਰ ਦੇ ਵਿੱਚ ਜਿੰਨਾ ਦਾਮ ਪਿਆ ਹੁੰਦਾ ਨਾ ਪੈਸਾ, ਉਹ ਨਿਰਾਰਥ ਹੀ ਹੁੰਦਾ, ਕਿਉਂਕਿ ਆਪ ਤਾਂ ਉਹਨੇ ਉਸ ਤੋਂ ਉਹਨੂੰ ਵਰਤਣਾ ਨਹੀਂ ਕਿਸੇ ਭਜਨ ਬੰਦਗੀ 'ਚ, ਕਿਸੇ ਦਾਨ ਪੁੰਨ ਦੇ ਵਿੱਚ। ਉਹ ਇਦਾਂ ਹੀ ਰਹਿ ਜਾਂਦਾ ਉਹਦਾ ਇਸ ਦੁਨੀਆ ਦੇ ਉੱਤੇ, ਉਹ ਕਿਸੇ ਕੰਮ ਨਹੀਂ ਆਉਂਦਾ। ਕਿਉਂਕਿ ਬੰਦੇ ਦਾ ਧਨ ਉਹੀ ਕੰਮ ਆਉਂਦਾ ਜਿਹੜਾ ਉਹਦਾ ਦਾਨ ਪੁੰਨ ਕੀਤਾ ਹੋਵੇ। ਇਹ ਗੱਲ ਸਮਝ ਲਓ, ਜਿਹੜਾ ਧਨ ਅਸੀਂ ਦਾਨ ਪੁੰਨ ਕਰਦੇ ਆ ਨਾ, ਉਹੀ ਧਨ ਸਾਡਾ ਪਰਲੋਕ ਦੇ ਵਿੱਚ ਲੇਖੇ 'ਚ ਗਿਣਿਆ ਜਾਂਦਾ। ਜਿਹੜੇ ਪੈਸੇ ਨਾਲ ਅਸੀਂ ਕਿਸੇ ਦੀ ਮਦਦ ਕਰਦੇ ਆ, ਕਿਸੇ ਨਾਲ ਦਾਨ ਕਰਦੇ ਆ, ਪੁੰਨ ਕਰਦੇ ਆ ਕਿਸੇ ਉੱਪਰ, ਉਹ ਪੈਸਾ ਹੀ, ਉਹ ਧਨ ਹੀ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਗਿਣਿਆ ਜਾਂਦਾ। ਇੱਕ ਆਪਾਂ ਬਚਨ ਪੜ੍ਹਦੇ ਆ ਨਾ, ਨਰ ਤੈਂ ਕਿਆ ਪੁਰਾਨ ਸੁਣ ਕੀਨਾ। ਮਹਾਰਾਜ ਕਹਿੰਦੇ ਬੰਦਿਆ ਤੂੰ ਉਦਾਂ ਤਾਂ ਕਹਿੰਦਾ ਮੈਂ ਕਥਾ ਸੁਣਦਾ, ਸ਼ਾਸਤਰਾਂ ਦੀਆਂ ਕਥਾਵਾਂ, ਮੈਂ ਬਹੁਤ ਧਾਰਮਿਕ ਬੰਦਾ। ਕਹਿਣ ਲੱਗੇ ਅਨ ਭਾਵਨੀ ਭਗਤ ਨਹੀਂ ਉਪਜੀ, ਭੂਖੈ ਦਾਨ ਨਾ ਦੀਨਾ। ਜੇ ਤੂੰ ਕਿਸੇ ਲੋੜਵੰਦ ਨੂੰ ਦਾਨ ਨਾ ਦੇ ਸਕਿਆ, ਕਿਸੇ ਗਰੀਬ ਦੇ ਮੂੰਹ ਦੇ ਵਿੱਚ ਕੁਝ ਪਾ ਨਾ ਸਕਿਆ, ਦੇ ਨਾ ਸਕਿਆ, ਦਾਨ ਪੁੰਨ ਨਾ ਕਰ ਸਕਿਆ, ਲੋੜਵੰਦ ਨੂੰ, ਭੁੱਖੇ ਨੂੰ ਦਾਨ ਨਾ ਕਰ ਸਕਿਆ, ਤੇ ਕਹਿਣ ਲੱਗੇ ਫਿਰ ਤੇਰਾ ਕਥਾ ਸੁਣੀ ਦਾ, ਪੁਰਾਣਾਂ ਨੂੰ ਪੜ੍ਹੀਆਂ ਦਾ, ਕੀਰਤਨ ਕਥਾ ਸੁਣੇ ਦਾ, ਗੁਰਬਾਣੀ ਪੜ੍ਹੀ ਦਾ ਕੀ ਫਾਇਦਾ ਹੋਇਆ ਤੈਨੂੰ? ਇਹਦਾ ਮਤਲਬ ਇਹ ਹੈ ਵੀ ਜੇ ਤੂੰ ਬਾਣੀ ਪੜ੍ਹਦਾ, ਉਹ ਕਥਾ ਸੁਣਦਾ, ਕੀਰਤਨ ਸੁਣਦਾ, ਦਾਨ ਪੁੰਨ ਕਰਿਆ ਕਰ। ਅੱਗੇ ਬਚਨ ਕਰਦੇ ਹਨ ਸਤਿਗੁਰੂ ਜੀ, ਧਨ ਧਨ ਤੇ ਜਨ ਜਿਹ ਘਟ ਬਸਿਓ ਹਰਿ ਨਾਮ। ਕਹਿੰਦੇ ਧਨ ਨੇ ਉਹ ਜਨ ਜਿਨ੍ਹਾਂ ਦੇ ਘਟ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਹੈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸਿਆ। ਧਨ ਨੇ ਉਹਨਾਂ ਦੇ ਮਾਤਾ, ਧਨ ਨੇ ਉਹਨਾਂ ਦੇ ਪਿਤਾ, ਉਹ ਧਨ ਹਨ। ਨਾਨਕ ਤਾਂ ਕਹਿ ਬਲ ਬਲ ਜਾਓ। ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਆ, ਮਹਾਰਾਜ ਕਹਿਣ ਲੱਗੇ ਉਹਨਾਂ ਤੋਂ ਕੁਰਬਾਨ ਜਾਂਦੇ ਆ। ਅਗਲੀ ਪੌੜੀ 'ਚ ਸਤਿਗੁਰੂ ਜੀ ਬਚਨ ਕਰਦੇ ਹਨ, ਰਹਿਤ ਅਵਰ ਕਛ ਅਵਰ ਕਮਾਵਤ। ਦੇਖੋ ਧਰਮ ਦੀ ਰਹਿਤ ਹੋਰ ਹੈ, ਰੱਬ ਦੇ ਘਰ ਦੀ ਰਹਿਤ ਹੋਰ ਹੈ, ਪਰ ਇਹ ਉਸ ਰਹਿਤ ਨੂੰ ਛੱਡ ਕੇ ਕੁਝ ਹੋਰ ਹੀ ਕਰਮਾਂ ਨੂੰ ਕਮਾਈ ਜਾਂਦਾ। ਅਸਲੀ ਕੰਮ ਛੱਡ ਕੇ ਹੋਰ ਹੀ ਵਿਅਰਥ, ਮਤਲਬ ਚੰਗਾ ਕੰਮ ਨਹੀਂ ਕਰਦਾ, ਮਤਲਬ ਕਿ ਸਹੀ ਕੰਮ ਨਹੀਂ ਕਰਦਾ, ਪਖੰਡ ਬਹੁਤਾ ਕਰਦਾ, ਦਿਖਾਵਾ ਬਹੁਤਾ ਕਰਦਾ। ਮਹਾਰਾਜ ਕਹਿਣ ਲੱਗੇ ਜਿਹੜੀ ਸਤਿਗੁਰੂ ਵੱਲੋਂ ਰਹਿਤ ਲਿਖੀ ਆ ਉਹ ਛੱਡ ਕੇ ਨਾ ਕਛ ਅਵਰ ਕਮਾਵਤ, ਕੁਝ ਹੋਰ ਹੀ ਮਹਾਰਾਜ ਕਹਿਣ ਲੱਗੇ ਕਰਮ ਕਰਦਾ, ਕੋਈ ਹੋਰ ਹੀ ਕੰਮ ਕਮਾਉਂਦਾ। ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਇਹਦੇ ਮਨ ਵਿੱਚ ਤਾਂ ਸਤਿਗੁਰੂ ਦੇ ਚਰਨਾਂ ਪ੍ਰਤੀ ਕੋਈ ਪ੍ਰੇਮ ਨਹੀਂ, ਪਰ ਮੂੰਹ ਦੇ ਨਾਲ ਗੱਲਾਂ ਵਾਲਾ ਹੀ ਹੈ। ਮਹਾਰਾਜ ਕਹਿੰਦੇ ਮੁਖੋਂ ਗੰਢ ਲਾਵਤ, ਮੂੰਹ ਦੇ ਨਾਲ ਸਤਿਗੁਰੂ ਦੇ ਨਾਲ ਬੜੀਆਂ ਗੰਢਾਂ ਪਾਉਂਦਾ ਹੈ। ਹੇ ਮਹਾਰਾਜ ਤੇਰੇ ਨਾਮ ਤੋਂ ਬਿਨਾਂ ਤਾਂ ਅਸੀਂ ਰਹਿ ਨਹੀਂ ਸਕਦੇ। ਦਿਖਾਵਾ ਕਰਦਾ ਲੋਕ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ ਮਰ, ਤੂੰ ਹੀ ਸਾਡਾ ਮਾਂ ਪਿਓ ਹੈ, ਤੂੰ ਹੀ ਮੂੰਹ ਦੀਆਂ ਗੱਲਾਂ ਦੀਆਂ ਗੰਢਾਂ ਬਥੇਰੀਆਂ ਮਹਾਰਾਜ ਨਾਲ ਲਾ ਲੈਂਦਾ, ਪਰ ਅੰਦਰ ਇਹਦੇ ਕੋਈ ਪ੍ਰੇਮ ਨਹੀਂ ਹੈਗਾ ਸਤਿਗੁਰੂ ਪ੍ਰਤੀ। ਜਾਣਨਹਾਰ ਪ੍ਰਭੂ ਪਰਬੀਨੋ, ਪ੍ਰਭੂ ਪਰਮਾਤਮਾ ਬੜਾ ਪਰਬੀਨ ਸਿਆਣਾ, ਉਹ ਸਭ ਜਾਣਨਹਾਰ ਹੈ, ਤੇਰੇ ਅੰਦਰ ਦੀ ਜਾਣਦਾ। ਉਹ ਬਾਹਰ ਭੇਖ ਨਾ ਕਾਹੂ ਭੀਨ, ਉਹਨੂੰ ਸਭ ਪਤਾ ਵੀ ਇਹ ਸਿਰਫ ਇਹਦੇ ਕੋਲ ਬਾਹਰਲਾ ਭੇਖ ਹੀ ਹੈ, ਅੰਦਰ ਇਹਦੇ ਕੋਈ ਸੱਚ ਦੀ ਧਰਮ ਦੀ ਗੱਲ ਨਹੀਂ ਹੈਗੀ। ਮਹਾਰਾਜ ਕਹਿਣ ਲੱਗੇ ਤੇ ਇਹੋ ਜਿਹੇ ਬਾਹਰਲੇ ਭੇਖੀਆਂ ਤੇ ਨਾ ਕਾਹੂ ਭੀਨ, ਉਹ ਕਦੇ ਵੀ ਨਹੀਂ ਭਿੱਜਦਾ। ਇਹੋ ਜਿਹੇ ਲੋਕਾਂ ਤੇ ਉਹਦੀ ਖੁਸ਼ੀ ਕਦੇ ਵੀ ਨਹੀਂ ਹੁੰਦੀ ਜਿਹੜੇ ਬਾਹਰੋਂ ਦਿਖਾਵਾ ਕਰਦੇ, ਪਰ ਅੰਦਰ ਕੋਈ ਵੀ ਉਹਨਾਂ ਦੇ ਚਿੱਤ ਵਿੱਚ ਪਰਮਾਤਮਾ ਦਾ ਪ੍ਰੇਮ ਨਹੀਂ ਹੈਗਾ। ਇਹੋ ਜਿਹੇ ਲੋਕਾਂ ਤੇ ਨਹੀਂ ਭਿੱਜਦਾ ਉਹ। ਅਵਰ ਉਪਦੇਸੈ ਆਪ ਨਾ ਕਰੈ। ਤੇ ਫਿਰ ਇਹੋ ਜਿਹੇ ਲੋਕ ਕੀ ਹੈ, ਹੋਰਾਂ ਨੂੰ ਤਾਂ ਉਪਦੇਸ਼ ਬਹੁਤ ਦਿੰਦੇ ਆ, ਹੋਰਾਂ ਨੂੰ ਤਾਂ ਕਹਿਣਾ ਨਾਮ ਜਪਿਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਆਪ ਕਦੇ ਨਾਮ ਨਹੀਂ ਜਪਦੇ, ਅੰਮ੍ਰਿਤ ਵੇਲੇ ਨਹੀਂ ਉੱਠਦੇ, ਆਪ ਕਰਦੇ ਨਹੀਂ ਹੈ ਕਿ ਦੂਜਿਆਂ ਨੂੰ ਉਪਦੇਸ਼ ਦਿੰਦੇ ਰਹਿੰਦੇ। ਆਵਤ ਜਾਵਤ ਜਨਮੈ ਮਰੈ। ਜਿਹੜੇ ਇਹੋ ਜਿਹੇ ਬੰਦੇ ਆ ਨਾ, ਉਹ ਜੰਮ ਕੇ ਦੁਨੀਆ ਤੇ ਆਵਤ ਆਉਂਦੇ ਆ ਤੇ ਮਰ ਕੇ ਜਾਵਤ ਚਲੇ ਜਾਂਦੇ ਇਸ ਦੁਨੀਆ ਤੋਂ। ਉਹ ਜੰਮਦੇ ਮਰਦੇ ਰਹਿੰਦੇ ਆ। ਮਹਾਰਾਜ ਕਹਿਣ ਲੱਗੇ ਆਉਂਦੇ ਜਾਂਦੇ ਰਹਿੰਦੇ। ਜਿਸ ਕੈ ਅੰਤਰ ਬਸੈ ਨਿਰੰਕਾਰ। ਕਹਿੰਦੇ ਭਾਈ ਜਿਸ ਦੇ ਹਿਰਦੇ ਵਿੱਚ ਉਸ ਵਾਹਿਗੁਰੂ ਦਾ ਪ੍ਰੇਮ ਵਸਦਾ, ਜਿਹਦੇ ਅੰਦਰ ਪਰਮਾਤਮਾ ਵਸਦਾ, ਜਿਹਦੇ ਅੰਦਰ ਰੱਬ ਹੀ ਹੈ,
ਤਿਸ ਕੀ ਸੀਖ ਤਰੈ ਸੰਸਾਰ। ਜਦੋਂ ਉਹ ਕਿਸੇ ਨੂੰ ਸਿੱਖਿਆ ਦਿੰਦਾ ਨਾ, ਉਹਦੀ ਸਿੱਖਿਆ ਨੂੰ ਧਾਰਨ ਕਰਕੇ ਦੁਨੀਆ ਦੇ ਲੋਕ ਤਰ ਜਾਂਦੇ। ਉਹਨਾਂ ਦੀ ਸਿੱਖਿਆ ਸੁਣ ਕੇ ਪਾਰ ਉਤਾਰਾ ਹੋ ਜਾਂਦਾ, ਜਿਨ੍ਹਾਂ ਦੇ ਅੰਦਰ ਰੱਬ ਵਸਦਾ। ਜਿਹੜੇ ਅੰਦਰੋਂ ਸਖਣੇ ਨੇ ਨਾ, ਖਾਲੀ ਨੇ, ਉਹ ਜਿੰਨਾ ਮਰਜ਼ੀ ਬੋਲ ਬੋਲ ਕੇ ਲੋਕਾਂ ਨੂੰ ਸਮਝਾਉਣ, ਲੋਕ ਕਿੱਥੇ ਮੁੜਦੇ। ਲੋਕਾਂ ਤੇ ਉਹਨਾਂ ਦੀਆਂ ਗੱਲਾਂ ਦਾ ਅਸਰ ਨਹੀਂ ਹੁੰਦਾ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ। ਹੇ ਵਾਹਿਗੁਰੂ, ਜੋ ਤੈਨੂੰ ਭਾ ਗਏ ਐ, ਜਿਹੜੇ ਤੇਰੇ ਭਾਣੇ 'ਚ ਚੱਲਦੇ ਐ, ਤਿੰਨ ਪ੍ਰਭ ਜਾਤਾ, ਤਿੰਨਾਂ ਨੇ ਹੇ ਪ੍ਰਭੂ ਤੈਨੂੰ ਜਾਣਿਆ, ਉਹਨਾਂ ਨੇ ਤੈਨੂੰ ਸਮਝਿਆ ਮਹਾਰਾਜ, ਜੋ ਤੈਨੂੰ ਭਾ ਗਏ ਐ, ਜਿਹੜੇ ਤੇਰੇ ਭਾਣੇ 'ਚ ਚੱਲਦੇ ਐ। ਨਾਨਕ ਉਨ ਜਨ ਚਰਨ ਪਰਾਤਾ। ਸਤਿਗੁਰੂ ਜੀ ਕਹਿਣ ਲੱਗੇ ਅਸੀਂ ਤਾਂ ਉਹਨਾਂ ਜਨਾਂ ਦੇ ਚਰਨੀ ਪੈਂਦੇ ਆ, ਉਹਨਾਂ ਦੇ ਚਰਨਾਂ 'ਚ ਮੱਥਾ ਟੇਕਦੇ ਆ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਆਪ ਸੰਗਤਾਂ ਨੇ ਇਹ 3 ਪੌੜੀਆਂ ਦੀ ਵਿਚਾਰ ਸਰਵਣ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।